ਸਤਨਾਮ ਸ੍ਰੀ ਵਾਹਿਗੁਰੂ ਜੀ। ਗੁਰਮੁਖ ਪੰਥ ਸੁਹੇਲੜਾ, ਮਨਮੁਖ ਬਾਰਹਿ ਵਾਟ ਫਿਰੰਦੇ। ਗੁਰਮੁਖ ਪਾਰ ਲੰਘਾਏ ਦਾ, ਮਨਮੁਖ ਭਵਜਲ ਵਿੱਚ ਡੁਬੰਦੇ। ਗੁਰਮੁਖ ਜੀਵਨ ਮੁਕਤ ਕਰ, ਮਨਮੁਖ ਫਿਰ ਫਿਰ ਜਨਮ ਮਰੰਦੇ। ਗੁਰਮੁਖ ਸੁਖ ਫਲ ਪਾਏ ਦੇ, ਮਨਮੁਖ ਦੁਖ ਫਲ ਦੁਖ ਲਹੰਦੇ। ਗੁਰਮੁਖ ਦਰਗਹਿ ਸੁਰਖਰੂ, ਮਨਮੁਖ ਜਮਪੁਰ ਡੰਡ ਸਹੰਦੇ। ਗੁਰਮੁਖ ਆਪ ਗਵਾਇਆ, ਮਨਮੁਖ ਹਉਮੈ ਅਗਨ ਜਲੰਦੇ। ਬੰਦੀ ਅੰਦਰ ਵਿਰਲੇ ਬੰਦੇ, ਬੰਦੀ ਅੰਦਰ ਵਿਰਲੇ ਬੰਦੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਹਜ਼ੂਰੀ ਦੇ ਅੰਦਰ ਹਾਜ਼ਰੀਆਂ ਭਰ ਰਹੀ ਸਤਿਗੁਰਾਂ ਦੀ ਸਾਜੀ ਨਿਵਾਜੀ ਗੁਰੂ ਰੂਪ ਸਾਧ ਸੰਗਤ ਜੀ, ਭਾਈ ਗੁਰਦਾਸ ਜੀ ਦੀ ਪੰਜਵੀਂ ਵਾਰ ਦੀ 15ਵੀਂ ਪੌੜੀ ਤੋਂ ਅੱਜ ਦੀ ਵਿਚਾਰ ਆਰੰਭ ਹੁੰਦੀ ਹੈ। ਭਾਈ ਗੁਰਦਾਸ ਸਾਹਿਬ ਜੀ ਇਸ ਪੌੜੀ ਦੇ ਅੰਦਰ ਗੁਰਮੁਖ ਤੇ ਮਨਮੁਖ ਦੋਹਾਂ ਦਾ ਜ਼ਿਕਰ ਕਰਦੇ ਹੈ। ਜਿੱਥੇ ਗੁਰਮੁਖ ਸਿਮਰਨ ਅਭਿਆਸ ਕਰਕੇ ਜੀਵਨ ਨੂੰ ਸਫਲ ਬਣਾ ਲੈਂਦੇ ਹੈ, ਸਫਲ ਹੋ ਜਾਂਦੇ ਹੈ, ਉੱਥੇ ਦੂਜੇ ਪਾਸੇ ਮਨਮੁਖ ਲੋਕ ਜਿਹੜੇ ਨੇ ਉਹ ਸੰਸਾਰ ਭੌਜਲ ਵਿੱਚ ਡੁੱਬ ਜਾਂਦੇ ਹੈ। ਉਹਨਾਂ ਨੂੰ ਲੋਕ ਪਰਲੋਕ ਦੇ ਵਿੱਚ ਦੁੱਖ ਹੀ ਦੁੱਖ ਮਿਲਦਾ ਹੈ। ਸੋ ਆਓ ਚਿੱਤ ਬਿਰਤੀਆਂ ਨੂੰ ਇਕਾਗਰ ਕਰਦੇ ਹਾਂ। ਪਾਵਨ ਭਾਈ ਗੁਰਦਾਸ ਦੀ ਬਾਣੀ ਦੇ ਵਿਚਾਰ ਸਰਵਣ ਕਰੀਏ। ਵਾਹਿਗੁਰੂ ਜੀ। ਗੁਰਮੁਖ ਪੰਥ ਸੁਹੇਲੜਾ, ਮਨਮੁਖ ਬਾਰਹਿ ਵਾਟ ਫਿਰੰਦੇ। ਭਾਈ ਗੁਰਦਾਸ ਸਾਹਿਬ ਜੀ ਫਰਮਾਉਂਦੇ ਨੇ, ਜਿਹੜਾ ਗੁਰਮੁਖਾਂ ਦਾ ਰਸਤਾ ਹੈ ਨਾ, ਜਿਸ ਪ੍ਰੇਮਾ ਭਗਤੀ ਦੇ ਰਸਤੇ 'ਤੇ ਚੱਲਦੇ ਹੈ, ਗੁਰਸਿੱਖੀ ਦੇ ਮਾਰਗ 'ਤੇ ਚੱਲਦੇ ਹੈ, ਉਹ ਬੜਾ ਸੁਹੇਲੜਾ ਸੁਖਦਾਈ ਹੈ। ਗੁਰਮੁਖ ਜਨ ਪ੍ਰੇਮਾ ਭਗਤੀ ਰੂਪ ਸੁਖਦਾਈ ਰਸਤੇ ਦੇ ਉੱਤੇ ਚੱਲਦੇ ਹੈ, ਜਾਂ ਇਉਂ ਕਹਿ ਲਓ ਕਿ ਜਿਹੜੇ ਗੁਰਮੁਖ ਹਨ ਉਹਨਾਂ ਦਾ ਵਾਸਾ ਸੁਹੇਲੜੇ ਪੰਥ ਦੇ ਵਿੱਚ ਹੈ। ਮਨਮੁਖ ਬਾਰਹਿ ਵਾਟ ਫਿਰੰਦੇ, ਜਿਹੜੇ ਮਨਮੁਖ ਹਨ ਬਾਰਹਿ ਵਾਟ 12 ਰਸਤਿਆਂ ਉੱਪਰ ਭਟਕਦੇ ਰਹਿੰਦੇ ਹੈ। 12 ਵਾਟ ਭਾਵ ਜੋਗੀਆਂ ਦੇ 12 ਰਸਤੇ
ਉਹਨਾਂ ਨੂੰ ਅਪਣਾ ਕੇ ਕਦੀ ਕਿਸੇ ਰਸਤੇ ਦੇ ਉੱਤੇ ਚੱਲਦੇ ਹੈ, ਭਾਵ ਉਹ ਭਟਕਦੇ ਰਹਿੰਦੇ ਹੈ। ਅਥਵਾ ਜਿਹੜੇ ਮਨਮੁਖ ਲੋਕ ਨੇ ਨਾ, 12 ਵਾਟ, 5 ਗਿਆਨ ਇੰਦਰੀਆਂ, 5 ਕਰਮ ਇੰਦਰੀਆਂ, ਮਨ ਤੇ ਬੁੱਧ, ਇਹ 12 ਇੰਦਰੇ ਹੋ ਗਏ। ਇਹਨਾਂ ਦੇ ਰਸਾਂ ਦੇ ਵਿੱਚ ਭਟਕਦੇ ਰਹਿੰਦੇ ਹੈ। ਜਿਵੇਂ ਅੱਖਾਂ ਹੈ, ਰੂਪ ਤੱਕਦੀਆਂ ਨੇ, ਕੰਨ ਨਿੰਦਿਆ ਸੁਣਦੇ ਹੈ, ਜ਼ੁਬਾਨ ਭੈੜੇ ਬੋਲ ਬੋਲਦੀ ਹੈ। ਸੋ ਇਸ ਤਰ੍ਹਾਂ ਗਿਆਨ ਇੰਦਰੀਆਂ, ਕਰਮ ਇੰਦਰੀਆਂ, 5 ਗਿਆਨ ਇੰਦਰੀਆਂ, 5 ਕਰਮ ਇੰਦਰੀਆਂ, ਇਹ 10, ਮਨ ਤੇ ਬੁੱਧ 2, ਇਹ 12। ਸੋ ਇਹਨਾਂ ਦੇ ਵਿਸ਼ੇ ਰਸਾਂ ਦੇ ਵਿੱਚ ਮਨਮੁਖ ਲੋਕ ਸਦਾ ਭਟਕਦੇ ਰਹਿੰਦੇ ਹੈ। ਗੁਰਮੁਖ ਪਾਰ ਲੰਘਾਏ ਦਾ, ਮਨਮੁਖ ਭਵਜਲ ਵਿੱਚ ਡੁਬੰਦੇ। ਗੁਰਮੁਖ ਕੀ ਕਰਦਾ ਹੈ? ਜਿਹੜਾ ਕੋਈ ਜਗਿਆਸੂ ਗੁਰਮੁਖ ਦੇ ਕੋਲ ਆਉਂਦਾ ਹੈ, ਜਿੱਥੇ ਗੁਰਮੁਖ ਆਪ ਸੰਸਾਰ ਭਵਜਲ ਤੋਂ ਪਾਰ ਲੰਘਦਾ ਹੈ, ਉਥੇ ਅਨੇਕਾਂ ਹੀ ਜਗਿਆਸੂਆਂ ਨੂੰ ਪ੍ਰੇਮਾ ਭਗਤੀ ਦੇ ਸਿੱਧੇ ਰਸਤੇ 'ਤੇ ਪਾ ਕੇ ਸੰਸਾਰ ਤੋਂ ਪਾਰ ਕਰ ਦਿੰਦਾ ਹੈ। ਭਾਵ ਆਪ ਜਪਦਾ ਹੈ ਅਤੇ ਹੋਰਾਂ ਨੂੰ ਜਪਾਉਂਦਾ ਹੈ, ਜਗਿਆਸੂਆਂ ਨੂੰ ਸੰਸਾਰ ਭਵਜਲ ਤੋਂ ਪਾਰ ਕਰਦਾ ਹੈ। ਮਨਮੁਖ ਭਵਜਲ ਵਿੱਚ ਡੁਬੰਦੇ, ਅਤੇ ਜਿਹੜੇ ਮਨਮੁਖ ਲੋਕ ਨੇ ਉਹ ਆਪ ਵੀ ਡੁੱਬਦੇ ਹੈ ਸੰਸਾਰ ਭਵਜਲ ਵਿੱਚ, ਅਤੇ ਹੋਰਾਂ ਨੂੰ ਵੀ ਡੁੱਬ ਦਿੰਦੇ ਹੈ। ਮਨਮੁਖ ਡੁੱਬ ਜਾਂਦੇ ਨੇ ਅਤੇ ਗੁਰਮੁਖ ਬੰਦਗੀ ਸਿਮਰਨ ਦਾ ਸਦਕਾ ਸੰਸਾਰ ਤੋਂ ਤਰ ਜਾਂਦੇ ਹੈ। ਗੁਰਮੁਖ ਜੀਵਨ ਮੁਕਤ ਕਰ, ਮਨਮੁਖ ਫਿਰ ਫਿਰ ਜਨਮ ਮਰੰਦੇ। ਗੁਰਮੁਖ ਆਪ ਵੀ ਜੀਵਨ ਮੁਕਤ ਹਨ ਅਤੇ ਹੋਰਾਂ ਨੂੰ ਵੀ ਜੀਵਨ ਮੁਕਤੀ ਬਖਸ਼ਦੇ ਹੈ, ਜਿਉਂਦਿਆਂ ਹੀ ਮੁਕਤ ਕਰ ਦਿੰਦੇ ਹੈ। ਸਰੀਰ ਦੇ ਹੁੰਦਿਆਂ ਵੀ ਉਹਨਾਂ ਦੇ ਅੰਦਰ ਕੋਈ ਮੋਹ ਮਾਇਆ ਮਮਤਾ ਨਹੀਂ ਹੁੰਦੀ, ਅਤੇ ਸਰੀਰ ਦੇ ਤਿਆਗਣ ਤੋਂ ਬਾਅਦ ਤਾਂ ਉਹ ਪਰਮੇਸ਼ਰ ਵਿੱਚ ਅਭੇਦ ਹੋ ਜਾਂਦੇ ਹੈ, ਮੁਕਤ ਹੁੰਦੇ ਹੀ ਹਨ। ਗੁਰਮੁਖ ਆਪ ਜੀਵਨ ਮੁਕਤ ਹਨ ਅਤੇ ਹੋਰਾਂ ਨੂੰ ਵੀ ਜੀਵਨ ਮੁਕਤੀ ਬਖਸ਼ਦੇ ਹੈ, ਜੀਵਨ ਮੁਕਤ ਕਰ ਦਿੰਦੇ ਹੈ। ਜਿਹੜੇ ਮਨਮੁਖ ਨੇ, ਜਿਹੜੇ ਮਨ ਨੂੰ ਮੁਖੀ ਬਣਾ ਕੇ ਚੱਲਦੇ ਹੈ, ਮਨ ਦੇ ਪਿੱਛੇ ਲੱਗਦੇ ਹੈ, ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਉਹ ਮੁੜ ਮੁੜ ਜੰਮਦੇ ਅਤੇ ਮਰਦੇ ਰਹਿੰਦੇ ਹੈ। ਜੰਮਣ ਮਰਨ ਦਾ ਗੇੜ ਉਹਨਾਂ ਦਾ ਸਦਾ ਹੀ ਬਣਿਆ ਰਹਿੰਦਾ ਹੈ। ਗੁਰਮੁਖ ਸੁਖ ਫਲ ਪਾਏ ਦੇ, ਮਨਮੁਖ ਦੁਖ ਫਲ ਦੁੱਖ ਲਹੰਦੇ। ਗੁਰਮੁਖ ਸੁਖ ਰੂਪ ਫਲ ਪਾਉਂਦੇ ਹੈ, ਸਦੀਵੀ ਸੁਖ ਗੁਰਮੁਖਾਂ ਨੂੰ ਪ੍ਰਾਪਤ ਹੁੰਦਾ ਹੈ। ਇਹ ਫਲ ਮਿਲਦਾ ਹੈ ਬੰਦਗੀ ਸਿਮਰਨ ਕਰਦਿਆਂ, ਗੁਰਮੁਖਤਾਈ ਨੂੰ ਧਾਰਨ ਕਰਕੇ। ਮਨਮੁਖ ਦੁਖ ਫਲ ਦੁੱਖ ਲਹੰਦੇ, ਮਨਮੁਖ ਜਿਹੜੇ ਨੇ ਉਹਨਾਂ ਦੀ ਕਰਨੀ ਦੁੱਖ ਰੂਪ ਹੁੰਦੀ ਹੈ, ਜਿਸ ਕਰਕੇ ਦੁੱਖ ਰੂਪ ਫਲ ਹੀ ਉਹ ਪ੍ਰਾਪਤ ਕਰਦੇ ਹੈ। ਉਹਨਾਂ ਦੀ ਕਰਨੀ ਹੀ ਭੈੜੀ ਹੈ, ਦੁੱਖਾਂ ਵਾਲੀ ਹੈ, ਅਤੇ ਇਸ ਲਈ ਮਨਮੁਖ ਦੁੱਖ ਹੀ ਪਾਉਂਦੇ ਹੈ, ਇੱਥੇ ਵੀ ਅਤੇ ਉੱਥੇ ਪਰਲੋਕ ਵਿੱਚ ਵੀ। ਗੁਰਮੁਖ ਦਰਗਹਿ ਸੁਰਖ ਰੂ, ਮਨਮੁਖ ਜਮਪੁਰ ਡੰਡ ਸਹੰਦੇ। ਗੁਰਮੁਖ ਪਰਮੇਸ਼ਰ ਦੀ ਦਰਗਾਹ ਦੇ ਵਿੱਚ ਉਜਲੇ ਮੁਖ ਵਾਲੇ ਹਨ। ਉਹਨਾਂ ਦਾ ਰੱਬੀ ਦਰਗਾਹ ਦੇ ਵਿੱਚ ਮੁਖ ਉਜਲਾ ਹੁੰਦਾ ਹੈ। ਜਿਨੀ ਨਾਮ ਧਿਆਇਆ ਗਏ ਮਸਕਤ ਘਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਸੁਰਖਰੂ ਦਾ ਅੱਖਰੀ ਅਰਥ ਹੁੰਦਾ ਲਾਲ ਚਿਹਰਾ, ਸੁਰਖ ਲਾਲ। ਉਹਨਾਂ ਦੇ ਜੀਵਨ ਦੇ ਉੱਪਰ ਨਾਮ ਦੀ ਲਾਲੀ ਹੁੰਦੀ ਹੈ, ਚਿਹਰੇ 'ਤੇ ਵੀ ਨਾਮ ਦੀ ਲਾਲੀ ਹੁੰਦੀ ਹੈ, ਅਤੇ ਫਿਰ ਰੱਬੀ ਦਰਗਾਹ ਦੇ ਵਿੱਚ ਉਹ ਉਜਲਾ ਮੁਖ ਕਰਕੇ ਜਾਂਦੇ ਹੈ। ਉੱਥੇ ਉਹਨਾਂ ਦਾ ਮੁਖ ਉਜਲਾ ਹੈ ਅਤੇ ਇੱਥੇ ਵੀ ਨਾਮ ਦੀ ਲਾਲੀ ਉਹਨਾਂ ਦੇ ਚਿਹਰੇ 'ਤੇ ਹੈ। ਸੋ ਰੱਬੀ ਦਰਗਾਹ ਦੇ ਵਿੱਚ
ਉਹ ਮੁਕਤ ਹਨ, ਸੁਰਖਰੂ ਹਨ, ਉਜਲੇ ਮੁਖ ਵਾਲੇ ਹਨ। ਮਨਮੁਖ ਜਮਪੁਰ ਡੰਡ ਸਹੰਦੇ। ਜਿਹੜੇ ਮਨਮੁਖ ਲੋਕ ਨੇ ਉਹ ਫਿਰ ਆਪਣੀ ਕਰਨੀ ਕਰਕੇ ਜਮਾਂ ਦੀ ਪੁਰੀ ਦੇ ਵਿੱਚ ਡੰਡ ਸਹਾਰਦੇ ਹੈ, ਸੋ ਉਹਨਾਂ ਨੂੰ ਸਜ਼ਾਵਾਂ ਮਿਲਦੀਆਂ ਨੇ। ਗੁਰਮੁਖ ਆਪ ਗਵਾਇਆ, ਮਨਮੁਖ ਹਉਮੈ ਅਗਨ ਜਲੰਦੇ। ਗੁਰਮੁਖਾਂ ਨੇ ਸਿਮਰਨ ਕਰਦਿਆਂ ਹੋਇਆਂ ਆਪਣੇ ਅੰਦਰੋਂ ਮੈਂ ਮੇਰੀ ਨੂੰ ਗਵਾ ਲਿਆ ਹੈ। ਭਾਵ ਗੁਰਮੁਖਾਂ ਦੇ ਅੰਦਰ ਹਉਮੈ ਨਹੀਂ ਹੁੰਦੀ, ਅਤੇ ਜਿਹੜੇ ਮਨਮੁਖ ਹਨ ਉਹ ਹਉਮੈ ਦੀ ਅੱਗ ਦੇ ਵਿੱਚ ਸੜਦੇ ਰਹਿੰਦੇ ਹੈ। ਆਪ ਵੀ ਹਉਮੈ ਦੀ ਅੱਗ ਵਿੱਚ ਸੜਦੇ ਹੈ ਅਤੇ ਹੋਰਨਾਂ ਨੂੰ ਵੀ ਹਉਮੈ ਦੀ ਅੱਗ ਵਿੱਚ ਸਾੜਦੇ ਹੈ। ਸੋ ਮਨਮੁਖਾਂ ਦੀ ਇਹੋ ਜਿਹੀ ਕਰਨੀ ਹੁੰਦੀ ਹੈ। ਬੰਦੀ ਅੰਦਰ ਵਿਰਲੇ ਬੰਦੇ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਨੇ ਬੰਦੀ ਜੋ ਮਾਇਆ ਹੈ ਨਾ, ਇਹਦੇ ਵਿੱਚ ਵਿਰਲੇ ਹੀ ਪ੍ਰਮਾਤਮਾ ਦੇ ਪਿਆਰੇ ਹੁੰਦੇ ਹੈ। ਮਾਇਆ ਦੇ ਵਿੱਚ, ਮਾਇਆ ਰੂਪ ਬੰਦੀ ਦੇ ਵਿੱਚ ਵਿਰਲੇ ਹੀ ਬੰਦੇ ਹੈ ਜਿਹੜੇ ਰਹਿੰਦੇ ਸੰਸਾਰ ਦੇ ਵਿੱਚ ਮਾਇਆ ਵਿੱਚ ਹੈ ਅਤੇ ਪਰਮਾਤਮਾ ਦੇ ਭਗਤ ਹਨ, ਭਗਤੀ ਕਰਦੇ ਹੈ। ਅਥਵਾ ਬੰਦੀ ਅੰਦਰ ਵਿਰਲੇ ਬੰਦੇ, ਪਰਮਾਤਮਾ ਦੀ ਬੰਦਗੀ ਦੇ ਵਿੱਚ ਵਿਰਲੇ ਹੀ ਬੰਦੇ ਲੱਗੇ ਹੋਏ ਹੈ। ਨਹੀਂ ਤਾਂ ਲੋਕੀ ਪਦਾਰਥਾਂ ਦੇ ਵਿੱਚ ਅਤੇ ਆਪਣੀ ਸ਼ੋਹਰਤ ਦੇ ਵਿੱਚ, ਆਪਣੀ ਵਡਿਆਈ ਕਰਾਉਣ ਦੇ ਵਿੱਚ, ਧਨ ਕਮਾਉਣ ਦੇ ਵਿੱਚ ਲੱਗੇ ਹੈ। ਵਿਰਲੇ ਨੇ ਜਿਹੜੇ ਪਰਮਾਤਮਾ ਦੀ ਬੰਦਗੀ ਵਿੱਚ ਲੱਗੇ ਹੋਏ ਹੈ, ਉਹ ਵਾਹਿਗੁਰੂ ਪਰਮਾਤਮਾ ਨੂੰ ਸਦਾ ਚੇਤੇ ਕਰਦੇ ਰਹਿੰਦੇ ਹੈ। ਔਰ ਗੁਰਮੁਖ ਜਨ ਜਿਹੜੇ ਨੇ ਉਹ ਜਦੋਂ ਕੋਈ ਸ਼ੁਭ ਕਾਰਜ ਕਰਦੇ ਹੈ ਤਾਂ ਉਹ ਇਹੀ ਬਚਨ ਰਸਨਾ ਤੋਂ ਕਹਿੰਦੇ ਹੈ, ਹੁੰਦਾ ਫੜੀ ਅਗ ਨਾਨਕ ਜਾਣ, ਨਾ ਹੋ ਨਾ ਮੈਂ ਜੂਨੀ ਪਾਣ। ਮੈਂ ਤਾਂ ਕੁਛ ਵੀ ਨਹੀਂ ਹਾਂ। ਨਾ ਹਮ ਕੀਆ ਨਾ ਕਰਹਿਗੇ, ਨਾ ਕਰ ਸਕੈ ਸਰੀਰ, ਜੋ ਕਿਛ ਕੀਆ ਸੋ ਹਰਿ ਕੀਆ, ਭਇਓ ਕਬੀਰ ਕਬੀਰ। ਅਸੀਂ ਕੌਣ ਹੁੰਦੇ ਹਾਂ ਇਹ ਸ਼ੁਭ ਕਰਮ ਕਰਨ ਵਾਲਾ? ਇਹ ਤਾਂ ਪਰਮਾਤਮਾ ਆਪ ਕਰਾਉਣ ਵਾਲਾ ਹੈ। ਅਤੇ ਜਿਹੜੇ ਮਨਮੁਖ ਹਨ ਉਹ ਇਹ ਗੱਲ ਕਹਿੰਦੇ ਹੈ, ਹਮ ਕੀਆ ਹਮ ਕਰਹਿਗੇ, ਇਹ ਮੈਂ ਕੀਤਾ, ਮੈਂ ਹੀ ਇਸ ਨੂੰ ਕਰਾਂਗਾ, ਮੈਂ ਹੀ ਕਰਨ ਵਾਲਾ ਹਾਂ। ਸੋ ਉਹ ਮੈਂ ਮੇਰੀ ਨੂੰ ਸਦਾ ਜਣਾਉਂਦੇ ਰਹਿੰਦੇ ਹੈ। ਗੁਰਮੁਖਾਂ ਨੇ ਮੈਂ ਮੇਰੀ ਨੂੰ ਮੁਕਾਇਆ ਹੈ, ਅਤੇ ਜਿਹੜੇ ਮਨਮੁਖ ਨੇ ਹਉਮੈ ਦੀ ਅੱਗ ਵਿੱਚ ਸੜਦੇ ਹੈ। ਵਿਰਲੇ ਹੀ ਬੰਦੇ ਹੈ ਜਿਹੜੇ ਪਰਮਾਤਮਾ ਦੀ ਬੰਦਗੀ ਕਰਨ ਵਿੱਚ ਲੱਗੇ ਹੋਏ ਹੈ। ਹੁਣ ਇਸ ਤੋਂ ਅਗਲੀ ਪੌੜੀ ਦੇ ਵਿੱਚ ਭਾਈ ਗੁਰਦਾਸ ਸਾਹਿਬ ਜੀ ਨੇ ਜਿਹੜੇ ਗੁਰਸਿੱਖ ਹਨ, ਗੁਰਮੁਖ ਪਿਆਰੇ, ਸੁਹਾਗਣ ਦੇ ਰੂਪਕ ਅਲੰਕਾਰ ਦੇ ਵਿੱਚ ਉਹਨਾਂ ਨੂੰ ਦਰਸਾਇਆ ਹੈ। ਵੀ ਜਿਵੇਂ ਇੱਕ ਸੁਹਾਗਣ ਉਹ ਹਰ ਥਾਂ 'ਤੇ ਸਤਿਕਾਰ ਪਾਉਂਦੀ ਹੈ। ਪਹਿਲਾਂ ਉਹ ਪੇਕੇ ਘਰ ਵਿੱਚ ਜਨਮ ਲਿਆ, ਉੱਥੇ ਖੇਡੀ, ਲਿਖੀ, ਪੜ੍ਹੀ, ਮਾਤਾ ਪਿਤਾ ਨੇ ਚੰਗੇ ਸੰਸਕਾਰ ਦਿੱਤੇ, ਚੰਗੀਆਂ ਗੱਲਾਂ ਸਿਖਾਈਆਂ। ਫਿਰ ਜਦੋਂ ਵਿਆਹ ਹੋ ਜਾਂਦਾ, ਸਹੁਰੇ ਘਰ ਵਿੱਚ ਪਹੁੰਚਦੀ ਹੈ ਅਤੇ ਉਸ ਗੁਣਾਂ ਵਾਲੀ ਦੀ ਸਹੁਰੇ ਘਰ ਵਾਲੇ ਵੀ ਸਤਿਕਾਰ ਕਰਦੇ, ਉਹਨੂੰ ਇੱਜ਼ਤ ਦਿੰਦੇ ਹੈ ਔਰ ਚੰਗੀ ਕੁਲ ਦੀ ਕਹਿ ਕੇ ਸਨਮਾਨਦੇ ਹੈ। ਸੋ ਭਾਈ ਸਾਹਿਬ ਜੀ, ਭਾਈ ਗੁਰਦਾਸ ਜੀ ਫਰਮਾਉਂਦੇ ਹੈ, ਪੇਵ ਕੜੈ ਘਰ ਲਾਡੁਲੀ, ਮਾਊ ਪੀਊ ਖਰੀ ਪਿਆਰੀ। ਪੇਕੇ ਘਰ ਦੇ ਵਿੱਚ ਜਿਹੜੀ ਧੀ ਹੈ ਉਹ ਬੜੀ ਲਾਡਲੀ ਹੁੰਦੀ ਹੈ। ਮਾਂ ਦੀ ਲਾਡਲੀ ਹੈ, ਪਿਓ ਦੀ ਵੀ ਬਹੁਤੀ ਪਿਆਰੀ ਹੈ। ਮਾਊ ਪੀਊ ਖਰੀ ਪਿਆਰੀ, ਮਾਂ ਪਿਓ ਬਹੁਤ ਪਿਆਰ ਕਰਦੇ ਹੈ। ਘਰ ਦੇ ਵਿੱਚ ਧੀ ਉਹ ਲਾਡਲੀ ਹੈ, ਸਾਰੇ ਹੀ ਉਹਨੂੰ ਮੁਹੱਬਤ ਕਰਦੇ ਹੈ। ਵਿੱਚ ਭਰਾਵਾਂ ਭੈਣੜੀ, ਨਾਨਕ ਦਾਦਕ ਸਾ ਪਰਵਾਰੀ। ਅਤੇ ਭਰਾਵਾਂ ਦੇ ਵਿੱਚ ਜਿਹੜੀ ਭੈਣ ਹੈ ਉਹ
ਸੁਖੀ ਹੈ। ਪੇਕੇ ਘਰ ਦੇ ਵਿੱਚ ਭਰਾਵਾਂ ਭੈਣੜੀ, ਭਰਾਵਾਂ ਦੇ ਵਿੱਚ ਰਹਿੰਦੀ ਹੈ, ਖੇਡਦੀ ਹੈ। ਵੱਡਾ ਭਰਾ ਹੈ ਉਹ ਵੀ ਉਸ ਨੂੰ ਪਿਆਰ ਦਿੰਦਾ ਹੈ। ਜੇ ਛੋਟਾ ਹੈ, ਭੈਣ ਵੱਡੀ ਹੈ, ਭਰਾ ਨੂੰ ਗੋਦ ਵਿੱਚ ਬਹਿ ਕੇ ਖਿਡਾਉਂਦੀ ਹੈ। ਤਾਂ ਪੇਕੇ ਘਰ ਦੇ ਵਿੱਚ ਬਹੁਤ ਸੁੱਖ ਮਾਣਦੀ ਹੈ। ਨਾਨਕ ਦਾਦਕ ਸਾਹ ਪਰਿਵਾਰੀ, ਨਾਨਕੇ ਤੇ ਦਾਦਕੇ, ਸਹੁਰੇ ਤਾਂ ਬਚ ਬਣਦੇ ਆ ਨਾ, ਨਾਨਕੇ ਤੇ ਦਾਦਕੇ ਦੇ ਪਰਿਵਾਰ ਦੇ ਸਮੇਤ ਸੁੱਖ ਪਾਉਂਦੀ ਹੈ। ਇਸੇ ਤਰ੍ਹਾਂ ਜਿਵੇਂ ਪੇਕੇ ਘਰ ਦੇ ਵਿੱਚ ਲਾਡਲੀ ਹੁੰਦੀ ਹੈ ਨਾ, ਮਾਂ ਪਿਓ ਦੀ ਪਿਆਰੀ ਹੁੰਦੀ ਹੈ ਧੀ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਆ ਪੇਕਾ ਘਰ ਹੈ। ਸੰਸਾਰ ਜਿਹੜਾ ਗੁਰਮੁਖ ਪਿਆਰਾ ਹੈ ਨਾ, ਗੁਰਸਿੱਖ, ਉਹ ਗੁਰੂ ਦਾ ਲਾਡਲਾ ਹੈ। ਗੁਰੂ ਹੀ ਮਾਂ ਹੈ, ਗੁਰੂ ਹੀ ਪਿਓ ਹੈ। ਗੁਰੂ ਉਹਨੂੰ ਬਹੁਤ ਲਾਡ ਲਡਾਉਂਦਾ ਹੈ। ਗੁਰੂ ਪਿਆਰ ਕਰਦਾ ਹੈ ਗੁਰਸਿੱਖ ਨੂੰ, ਅਤੇ ਗੁਰੂ ਸਦਾ ਹੀ ਚਾਹੁੰਦਾ ਹੈ ਵੀ ਮੇਰਾ ਜਿਹੜਾ ਸਿੱਖ ਹੈ ਨਾ, ਇਹ ਸੁਖੀ ਵਸੇ। ਤਾਂ ਹੀ ਤਾਂ ਕਲਗੀਧਰ ਮਹਾਰਾਜ ਨੇ ਬਾਣੀ ਉਚਾਰੀ ਹੈ, ਸੁਖੀ ਵਸੈ ਮੋਰੂ ਪਰਿਵਾਰਾ, ਸੇਵਕ ਸਿੱਖ ਸਭੈ ਕਰਤਾਰਾ। ਹੇ ਨਿਰੰਕਾਰ, ਮੇਰਾ ਇਹ ਗੁਰਸਿੱਖ ਪਰਿਵਾਰ ਸਦਾ ਸੁਖੀ ਵਸੇ। ਹੇ ਕਰਤਾਰ ਪਰਮੇਸ਼ਰ ਜੀ, ਇਹ ਸੇਵਕ, ਇਹ ਸਿੱਖ ਸਾਰੇ ਤੁਹਾਡੇ ਨੇ। ਸੋ ਪੇਕੇ ਘਰ ਦੇ ਵਿੱਚ, ਇਸ ਸੰਸਾਰ ਦੇ ਵਿੱਚ ਗੁਰਸਿੱਖ ਗੁਰਮੁਖ ਬਹੁਤ ਸੁਖੀ ਵਸਦਾ ਹੈ ਅਤੇ ਗੁਰੂ ਉਸ ਨੂੰ ਲਾਡ ਕਰਦਾ, ਪਿਆਰ ਕਰਦਾ ਹੈ। ਵਿੱਚ ਭਰਾਵਾਂ ਭੈਣੜੀ, ਨਾਨਕ ਦਾਦਕ ਸਾਹ ਪਰਿਵਾਰੀ। ਜਿਵੇਂ ਪੇਕੇ ਘਰ ਦੇ ਵਿੱਚ ਭਰਾਵਾਂ ਦੇ ਵਿੱਚ ਭੈਣ, ਉਹ ਆਪਣੇ ਆਪ ਨੂੰ ਸੁਖੀ ਮਹਿਸੂਸ ਕਰਦੀ ਹੈ, ਸੁੱਖ ਮਾਣਦੀ ਹੈ। ਨਾਨਕੇ ਦਾਦਕੇ ਪਰਿਵਾਰ ਦੇ ਸਮੇਤ ਸੁੱਖ ਪਾਉਂਦੀ ਹੈ। ਇਸੇ ਤਰ੍ਹਾਂ ਜਿਹੜੀ ਗੁਰਸਿੱਖ ਸੁਹਾਗਣ ਇਸਤਰੀ ਹੈ ਨਾ, ਉਹਦੇ ਵੀ ਇੱਥੇ ਗਿਆਨ ਅਤੇ ਵੈਰਾਗ, ਇਹ ਦੋ ਭਰਾ ਨੇ। ਗਿਆਨ ਵੀ ਹੈ ਉਹਦੇ ਅੰਦਰ ਅਤੇ ਵੈਰਾਗ ਵੀ ਹੈ। ਇਹਨਾਂ ਦੋਵਾਂ ਭਰਾਵਾਂ ਦੇ ਸਮੇਤ ਜਿਹੜੀ ਭੈਣ ਹੈ ਨਾ, ਸੁੱਖ ਪਾਉਂਦੀ ਹੈ। ਗੁਰਸਿੱਖ ਭੈਣ ਸੁਹਾਗਣ, ਉਹ ਸੁੱਖ ਮਾਣਦੀ ਹੈ। ਨਾਨਕ ਦਾਦਕ ਸਾਹ ਪਰਿਵਾਰੀ। ਨਾਨਕੇ ਕੀ ਹੈ? ਸ਼ਰਧਾ, ਅਤੇ ਦਾਦਕੇ ਕੀ ਹੈ? ਅਭਿਆਸ। ਸ਼ਬਦ ਦਾ ਅਭਿਆਸ ਕਰਦੀ ਹੈ ਅਤੇ ਸ਼ਰਧਾ ਉਹਦੇ ਅੰਦਰ ਹੈ। ਜਿਵੇਂ ਧੀ ਜਿਹੜੀ ਹੈ ਨਾ, ਉਹ ਜਦੋਂ ਪੇਕੇ ਘਰ ਵਿੱਚ ਹੈ, ਨਾਨਕੇ ਅਤੇ ਦਾਦਕੇ ਪਰਿਵਾਰਾਂ ਦੇ ਸਮੇਤ ਰਹਿੰਦੀ, ਸੁੱਖ ਮਾਣਦੀ ਹੈ। ਇਸੇ ਤਰ੍ਹਾਂ ਗੁਰਸਿੱਖ ਜਿਹੜੀ ਹੈ ਨਾ, ਗੁਰਸਿੱਖ ਜੀਵ ਇਸਤਰੀ ਕਹਿ ਲਓ, ਗੁਰਸਿੱਖ ਸੁਹਾਗਣ ਕਹਿ ਲਓ, ਉਹ ਗਿਆਨ ਅਤੇ ਅਭਿਆਸ ਦੇ ਸਮੇਤ, ਇਸ ਪਰਿਵਾਰ ਦੇ ਸਮੇਤ ਸੁੱਖ ਮਾਣਦੀ ਹੈ। ਲੱਖਾਂ ਖਰਚ ਵੀ ਆਹੀ ਹੈ, ਗਹਿਣੇ ਦਾਜ ਸਾਜ ਅਤ ਭਾਰੀ। ਫਿਰ ਜਦੋਂ ਵਿਆਹੁਣ ਦੇ ਯੋਗ ਹੁੰਦੀ ਹੈ, ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਲੱਖਾਂ ਰੁਪਏ ਖਰਚ ਕੇ ਗਹਿਣੇ ਅਤੇ ਦਾਜ ਦੇ ਭਾਰੀ ਸਾਮਾਨ ਦੇ ਨਾਲ ਉਹ ਵਿਆਹੀ ਜਾਂਦੀ ਹੈ। ਜਿਹੜੇ ਮਾਪੇ ਨੇ ਲੱਖਾਂ ਰੁਪਈਆ ਖਰਚ ਕੇ ਧੀ ਨੂੰ ਵਿਆਹੁੰਦੇ ਹੈ, ਗਹਿਣੇ ਵੀ ਦਿੰਦੇ ਹੈ, ਹੋਰ ਦਾਜ ਸਾਜੋ ਸਮਾਨ ਬਹੁਤ ਸਾਰਾ ਉਹਨੂੰ ਦਿੰਦੇ ਹੈ, ਅਤੇ ਉਹ ਜਿਹੜੀ ਧੀ ਘਰ ਦੇ ਵਿੱਚ ਲਾਡਲੀ ਹੈ, ਭਰਾਵਾਂ ਦੀ ਭੈਣ ਪਿਆਰੀ ਹੈ, ਅਤੇ ਉਹ ਫਿਰ ਸਹੁਰੇ ਘਰ ਵਿੱਚ ਵਿਆਹ ਕੇ ਚਲੀ ਜਾਂਦੀ ਹੈ, ਅਗਲੇ ਘਰ ਤੁਰ ਜਾਂਦੀ ਹੈ। ਸਾਹੁਰੜੈ ਘਰ ਮੰਨੀਐ, ਸਣਖਤੀ ਪਰਿਵਾਰ ਸੁਧਾਰੀ। ਅਤੇ ਸਹੁਰੇ ਘਰ ਦੇ ਵਿੱਚ ਉਹ ਬਹੁਤ ਸਤਿਕਾਰੀ ਜਾਂਦੀ ਹੈ। ਕਾਹਦੇ ਕਰਕੇ ਸਤਿਕਾਰੀ ਜਾਂਦੀ ਹੈ? ਗੁਣਾਂ ਕਰਕੇ, ਚੰਗੇ ਸੰਸਕਾਰਾਂ ਕਰਕੇ, ਚੰਗੇ ਚੱਜ ਆਚਾਰ ਕਰਕੇ। ਸਾਹੁਰੜੈ ਘਰ ਮੰਨੀਐ, ਸਹੁਰੇ ਘਰ ਦੇ ਵਿੱਚ ਸਾਰੇ ਹੀ ਉਹਨੂੰ ਮੰਨਦੇ ਆ। ਮੰਨਣ ਤੋਂ ਭਾਵ ਸੱਸ ਸਹੁਰਾ ਵੀ ਉਹਦਾ ਸਤਿਕਾਰ ਕਰਦੇ ਹੈ, ਧੀ ਜਾਣ ਕੇ ਉਹਨੂੰ ਪਿਆਰ ਕਰਦੇ ਹੈ, ਮੁਹੱਬਤ ਕਰਦੇ ਹੈ, ਅਤੇ ਬਾਕੀ ਵੀ ਸਹੁਰੇ ਘਰ ਦਾ ਜਿੰਨਾ ਪਰਿਵਾਰ ਹੁੰਦਾ ਹੈ, ਦਰਾਣੀਆਂ ਜਠਾਣੀਆਂ,
ਦਿਓਰ ਜੇਠ ਸਾਰੇ ਹੀ ਉਹਦਾ ਸਤਿਕਾਰ ਕਰਦੇ ਹੈ। ਸਣਖੱਤੀ ਨਸੀਬਾਂ ਵਾਲੀ ਕਹਿੰਦੇ ਹੈ, ਗੁਣਾਂ ਵਾਲੀ ਹੈ, ਚੰਗੇ ਸੰਸਕਾਰਾਂ ਵਾਲੀ ਘਰ ਦੇ ਵਿੱਚ ਆਈ ਹੈ। ਇਸ ਤਰ੍ਹਾਂ ਕਹਿੰਦੇ ਹੈ ਪਰਿਵਾਰ ਸੁਧਾਰੀ, ਉਹ ਆਪਣੇ ਸਾਰੇ ਪਰਿਵਾਰ ਨੂੰ ਸਵਾਰਨ ਵਾਲੀ ਹੈ। ਉਹਦੇ ਵੱਲ ਵੇਖ ਕੇ, ਉਹਦੇ ਚੰਗੇ ਗੁਣਾਂ ਨੂੰ ਤੱਕ ਕੇ ਤੇ ਸਹੁਰੇ ਪਰਿਵਾਰ ਦੇ ਜਿਹੜੇ ਜੀਅ ਨੇ ਨਾ, ਉਹ ਵੀ ਉਹਦੇ ਤੋਂ ਕੁਝ ਸਿੱਖਣ ਦਾ ਯਤਨ ਕਰਦੇ ਹੈ, ਸਿੱਖਦੇ ਹੈ। ਤੇ ਇਸ ਤਰ੍ਹਾਂ ਉਹ ਪਰਿਵਾਰ ਨੂੰ ਸੁਧਾਰਨ ਵਾਲੀ ਹੈ, ਸਵਾਰਨ ਵਾਲੀ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਜਦੋਂ ਅਸੀਂ ਬਾਣੀ ਪੜ੍ਹਦੇ ਹਾਂ ਤਾਂ ਇਸਤਰੀ ਦੇ ਵਿੱਚ ਗੁਣ ਬਹੁਤ ਨੇ। ਜਿਵੇਂ ਭਾਈ ਗੁਰਦਾਸ ਸਾਹਿਬ ਜੀ ਇੱਥੇ ਸੁਹਾਗਣ ਦੇ ਰੂਪਕ ਦੇ ਵਿੱਚ ਗੁਰਸਿੱਖ ਦਾ ਵਰਣਨ ਕਰ ਰਹੇ ਹੈ, ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵੀ ਸਤਿਗੁਰੂ ਨੇ ਤਕਰੀਬਨ 60-65% ਗੁਰਬਾਣੀ ਉਹ ਇਸਤਰੀ ਰੂਪਕ ਅਲੰਕਾਰ ਦੇ ਵਿੱਚ ਉਚਾਰਨ ਕੀਤੀ ਹੈ, ਕਿਉਂਕਿ ਉਹਦੇ ਵਿੱਚ ਗੁਣ ਨੇ। ਤੇ ਗੁਰਸਿੱਖ ਨੂੰ ਸਤਿਗੁਰੂ ਨੇ ਉਪਦੇਸ਼ ਦਿੱਤਾ ਵੀ ਤੂੰ ਗੁਣਾਂ ਦੇ ਧਾਰਨੀ ਬਣਨਾ ਹੈ। ਹੁਣ ਵੇਖੋ, ਅਸੀਂ ਇਤਿਹਾਸ ਵਿੱਚ ਪੜ੍ਹਦੇ ਹਾਂ, ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਸਪੁੱਤਰੀ ਬੀਬੀ ਅਮਰੋ ਗੁਰੂ ਅਮਰਦਾਸ ਜੀ ਦੇ ਭਤੀਜੇ ਭਾਈ ਜੱਸੂ ਨਾਲ ਵਿਆਹੇ ਹੋਏ ਸਨ। ਤੇ ਜੋ ਪੇਕੇ ਘਰ ਦੇ ਵਿੱਚੋਂ ਸਿੱਖਿਆ ਸੀ, ਗੁਰਬਾਣੀ ਪੜ੍ਹਨੀ, ਸ਼ਬਦ ਦਾ ਅਭਿਆਸ ਕਰਨਾ, ਸਵੇਰੇ ਜਦੋਂ ਚਾਟੀ 'ਚ ਮਧਾਣੀ ਪਾਉਣੀ, ਮਧਾਣੀ ਗੇੜਨੀ, ਦੁੱਧ ਰਿੜਕਣਾ, ਗੁਰਬਾਣੀ ਪੜ੍ਹਨੀ, ਜਪਜੀ ਸਾਹਿਬ ਦਾ ਪਾਠ ਕਰਨਾ, ਹੋਰ ਸ਼ਬਦਾਂ ਦਾ ਅਭਿਆਸ ਕਰਨਾ। ਤੇ ਬਾਬਾ ਅਮਰਦਾਸ ਜੀ ਨੇ ਆਪਣੀ ਨੂੰਹ ਕੋਲੋਂ ਗੁਰਬਾਣੀ ਦੇ ਸ਼ਬਦ ਸੁਣੇ ਤੇ ਮਨ ਨੂੰ ਸਕੂਨ ਮਿਲਿਆ। ਕਰਨੀ ਕਾਗਦ ਮਨ ਮਸਵਾਣੀ, ਬੁਰਾ ਭਲਾ ਦੋਏ ਲੇਖ ਪਏ, ਜਿਉਂ ਜਿਉਂ ਕਿਰਤ ਚਲਾਏ, ਤਿਉਂ ਚੱਲੀਏ, ਤਉ ਗੁਣ ਨਾਹੀ ਅੰਤ ਹਰੇ। ਚਿਤ ਚੇਤਸ ਕੀ ਨਹੀਂ ਬਾਬਰਿਆ, ਹਰ ਬਿਸਰਤ ਤੇਰੇ ਗੁਣ ਗਲਿਆ ਰਹਾਓ। ਜਾਲੀ ਰੈਨ ਜਾਲ ਦਿਨ ਹੂਆ, ਜੇਤੀ ਘੜੀ ਫਾਹੀ ਤੇਤੀ। ਰਸ ਰਸ ਚੋਗ ਚੁਗ ਹੈ ਨਿਤ ਫਾਸਹਿ, ਛੂਟਸ ਮੂੜੇ ਕਵਨ ਗੁਣੀ। ਕਾਇਆ ਆਰਣ ਮਨ ਵਿੱਚ ਲੋਹਾ, ਪੰਚ ਅਗਨ ਤਿਤ ਲਾਗ ਰਹੀ। ਕੋਇਲੇ ਪਾਪ ਪੜੇ ਤਿਸੀ ਉਪਰ, ਮਨ ਜਲਿਆ ਸੰਨੀ ਚਿੰਤ ਪਈ। ਭਇਆ ਮਨੂਰ ਕੰਚਨ ਫਿਰ ਹੋਵੈ, ਜੇ ਗੁਰ ਮਿਲੈ ਤਿਨੇਹਾ। ਏਕ ਨਾਮ ਅੰਮ੍ਰਿਤ ਉਹ ਦੇਵੈ, ਤਉ ਨਾਨਕ ਤ੍ਰਿਸ਼ਟਸ ਦੇਹਾ। ਇਹ ਸ਼ਬਦ ਬੀਬੀ ਅਮਰੋ ਤੋਂ ਬਾਬਾ ਅਮਰਦਾਸ ਨੇ ਸੁਣਿਆ ਤੇ ਸੁਣ ਕੇ ਧੰਨ ਗੁਰੂ ਅੰਗਦ ਦੇਵ ਜੀ ਦੀ ਸ਼ਰਨ ਦੇ ਵਿੱਚ ਆਏ। ਬੜੀ ਵਾਰ ਆਪਨੇ ਕਥਾ ਸਰਵਣ ਕੀਤੀ ਹੈ। ਗੁਰੂ ਅੰਗਦ ਦੇਵ ਮਹਾਰਾਜ ਜੀ ਨੂੰ ਗੁਰੂ ਧਾਰਨ ਕੀਤਾ, ਸੇਵਾ ਸਿਮਰਨ ਕੀਤਾ, ਤੇ ਫਿਰ ਇੱਕ ਦਿਨ ਸਤਿਗੁਰੂ ਨੇ ਪ੍ਰਸੰਨ ਹੋ ਕੇ ਗੁਰਿਆਈ ਬਖਸ਼ੀ। ਤੀਜੇ ਥਾਂ ਤੇ ਗੁਰੂ ਨਾਨਕ ਦੀ ਜੋਤ ਦੇ ਵਾਰਸ ਬਣੇ ਧੰਨ ਗੁਰੂ ਅਮਰਦਾਸ ਜੀ। ਇਸਤਰੀ ਦੇ ਜੀਵਨ ਵਿੱਚ ਗੁਣ ਹਨ, ਤਾਂ ਸਤਿਗੁਰੂ ਨੇ ਵਾਰ-ਵਾਰ ਉਹਦੇ ਗੁਣਾਂ ਦਾ ਜ਼ਿਕਰ ਕੀਤਾ ਹੈ। ਇਹਨਾਂ ਗੁਣਾਂ ਨੂੰ ਧਾਰਨ ਕਰ, ਚੰਗੇ ਸੰਸਕਾਰਾਂ ਵਾਲੀ ਜਿਹੜੀ ਇਸਤਰੀ ਹੈ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ, ਜਿੱਥੇ ਉਹ ਪੇਕੇ ਘਰ ਵਿੱਚ ਉਹਨੂੰ ਲਾਡ ਲਡਾਉਂਦੇ ਹੈ, ਸਤਿਕਾਰ ਦਿੰਦੇ ਹੈ, ਤੇ ਫਿਰ ਉਹ ਸਹੁਰੇ ਘਰ ਦੇ ਵਿੱਚ ਵੀ ਸਾਰੇ ਉਹਦਾ ਮਾਣ ਸਨਮਾਨ ਕਰਦੇ ਹੈ, ਉਹਨੂੰ ਸਨਮਾਨਦੇ ਹੈ। ਕਹਿੰਦੇ ਇਹ ਗੁਣਾਂ ਵਾਲੀ ਹੈ, ਸਣਖੱਤੀ ਨਸੀਬਾਂ ਵਾਲੀ ਹੈ, ਪਰਿਵਾਰ ਨੂੰ ਸਾਰੇ ਨੂੰ ਸਵਾਰਨ ਵਾਲੀ ਹੈ। ਇਸੇ ਤਰ੍ਹਾਂ ਜਿਹੜੀ ਗੁਰਸਿੱਖ ਸੁਹਾਗਣ ਹੈ ਨਾ, ਉਹ ਇੱਥੇ ਪੇਕੇ ਘਰ ਇਸ ਸੰਸਾਰ ਦੇ ਵਿੱਚ ਵੀ ਸਤਿਕਾਰ ਪਾਉਂਦੀ ਹੈ, ਤੇ ਅੱਗੇ ਸੰਸਾਰ ਨੂੰ ਛੱਡ ਕੇ ਜਾਣਾ ਜੋ ਸਹੁਰਾ ਘਰ ਹੈ, ਪਰਲੋਕ ਤੋਂ ਪਰਲੋਕ ਪਿਆਨਾ ਕਰਨਾ,
ਰੱਬ ਦੀ ਦਰਗਾਹ ਦੇ ਵਿੱਚ ਵੀ ਉਹ ਮਾਣ ਸਤਿਕਾਰ ਪਾਉਂਦੀ ਹੈ। ਰੇ ਰੇ ਦਰਗਹਿ ਕਹਿ ਨਾ ਕੋਊ, ਆਓ ਬੈਠ ਆਦਰ ਸ਼ੁਭ ਦੇਉ। ਉਹਨਾਂ ਨੂੰ ਬੜਾ ਆਦਰ ਸਤਿਕਾਰ ਦਿੱਤਾ ਜਾਂਦਾ ਹੈ। ਸੁਖ ਮਾਣੈ ਪਿਰ ਸੇਜੜੀ, ਛਤੀਹ ਭੋਜਨ ਸਦਾ ਸੀਗਾਰੀ। ਉਹ ਸੁਹਾਗਣ ਪਤੀ ਦੀ ਸੇਜਾ ਦਾ ਸੁਖ ਮਾਣਦੀ ਹੈ। ਭਾਵ ਜਿਹੜੀ ਗੁਰਸਿੱਖ ਸੁਹਾਗਣ ਹੈ ਨਾ, ਉਹ ਪ੍ਰਭੂ ਪਰਮਾਤਮਾ ਦੀ ਪ੍ਰਾਪਤੀ ਕਰਦੀ ਹੈ ਅਤੇ ਹਿਰਦੇ ਦੀ ਸੇਜਾ ਦੇ ਉੱਤੇ ਪ੍ਰਭੂ ਦੇ ਮਿਲਾਪ ਦਾ ਆਨੰਦ ਮਾਣਦੀ ਹੈ, ਸੁਖ ਮਾਣਦੀ ਹੈ। ਪਰਮਾਤਮਾ ਦੇ ਨਾਲ ਮਿਲਾਪ, ਉਹ ਖੁਸ਼ੀ, ਉਹ ਆਨੰਦ, ਉਹ ਖੇੜੇ ਨੂੰ ਸਦਾ ਮਾਣਦੀ ਰਹਿੰਦੀ ਹੈ। ਛੱਤੀ ਭੋਜਨ ਸਦਾ ਸੀਗਾਰੀ, ਅਤੇ 36 ਪ੍ਰਕਾਰ ਦੇ ਭੋਜਨ ਉਹਨਾਂ ਨੂੰ ਤਿਆਰ ਕਰਦੀ ਹੈ ਅਤੇ ਸਦਾ ਹੀ ਜਿਹੜੀ ਸੁਹਾਗਣ ਹੈ ਉਹ ਸ਼ਿੰਗਾਰੀ ਰਹਿੰਦੀ ਹੈ। ਭਾਵ ਇਹ ਹੈ ਵੀ ਗੁਰਸਿੱਖ ਸੁਹਾਗਣ ਜਿਹੜੀ ਹੈ ਨਾ, ਉਹ ਸਦਾ ਹੀ ਗੁਣਾਂ ਦਾ ਸ਼ਿੰਗਾਰ ਕਰਦੀ ਹੈ, ਗੁਣਾਂ ਕਰਕੇ ਸ਼ਿੰਗਾਰੀ ਰਹਿੰਦੀ ਹੈ। ਔਰ ਉਹਦਾ ਭੋਜਨ ਜਿਹੜਾ ਹੈ ਪਰਮਾਤਮਾ ਦੀ ਬੰਦਗੀ ਇੱਕ ਰਸ ਲਗਾਤਾਰ ਕਰਦੀ ਰਹਿੰਦੀ ਹੈ, ਨਾਮ ਅਭਿਆਸ ਕਰਦੀ ਰਹਿੰਦੀ ਹੈ। ਗੁਰਸਿੱਖ ਸੁਹਾਗਣ ਇਸਤਰੀ ਇਸ ਤਰ੍ਹਾਂ ਸਤਿਕਾਰੀ ਜਾਂਦੀ ਹੈ। ਲੋਕ ਵੇਦ ਗੁਣ ਗਿਆਨ ਵਿੱਚ, ਅਰਧ ਸਰੀਰੀ ਮੋਖ ਦੁਆਰੀ। ਲੋਕਾਂ ਦੇ ਗੁਣ ਵਿਚਾਰ ਦੇ ਵਿੱਚ ਅਤੇ ਵੇਦਾਂ ਦੇ ਗਿਆਨ ਦੇ ਵਿੱਚ ਉਹ ਜਿਹੜੀ ਅਰਧ ਸਰੀਰੀ ਇਸਤਰੀ ਹੈ ਨਾ, ਉਸ ਨੂੰ ਮੋਖ ਦੁਆਰੀ ਕਿਹਾ ਹੈ, ਮੁਕਤੀ ਦਾ ਦਰਵਾਜ਼ਾ। ਜਿੱਥੇ ਉਹ ਆਪ ਮੁਕਤ ਹੁੰਦੀ ਹੈ, ਹੋਰਾਂ ਨੂੰ ਵੀ ਉਹ ਮੁਕਤ ਕਰਦੀ ਹੈ। ਲੋਕ ਗੁਣਾਂ ਦੀ ਵਿਚਾਰ ਕਰਦੇ ਹੈ ਕਿ ਫਲਾਣੇ ਦੀ ਨੂੰਹ ਹੈ ਉਹ ਗੁਣਾਂ ਵਾਲੀ, ਔਰ ਇਸੇ ਤਰ੍ਹਾਂ ਵੇਦ ਦੇ ਵਿੱਚ ਵੀ ਉਸ ਨੂੰ ਸਤਿਕਾਰਿਆ ਗਿਆ ਹੈ, ਸੁਹਾਗਣ ਨੂੰ। ਸੋ ਗਿਆਨ ਦੇ ਵਿੱਚ, ਗੁਣਾਂ ਦੇ ਵਿੱਚ ਉਹ ਜਿਹੜੀ ਹੈ ਪੂਰੀ ਹੁੰਦੀ ਹੈ, ਸੂਝ ਵੀ ਹੈ ਉਸ ਨੂੰ, ਉਹਦੇ ਜੀਵਨ ਵਿੱਚ ਗੁਣ ਵੀ ਹਨ, ਲੋਕਾਂ ਵਿੱਚ ਵੀ ਅਤੇ ਧਰਮ ਗ੍ਰੰਥਾਂ ਦੇ ਵਿੱਚ ਵੀ ਉਹ ਸਤਿਕਾਰੀ ਜਾਂਦੀ ਹੈ। ਅਰਧ ਸਰੀਰੀ ਮੋਖ ਦੁਆਰੀ, ਔਰ ਇਹ ਬਚਨ ਕਿਹਾ ਹੈ ਵੀ ਜਿਹੜੀ ਅਰਧ ਸਰੀਰੀ ਹੈ ਨਾ, ਅਰਧੰਗੀ ਉਹ ਇਸਤਰੀ, ਉਹ ਸੁਹਾਗਣ, ਉਹ ਮੋਖ ਦੁਆਰੀ, ਉਹ ਮੁਕਤੀ ਦਾ ਦਰਵਾਜ਼ਾ ਹੈ, ਉਹ ਮੁਕਤੀ ਬਖਸ਼ਣ ਵਾਲੀ ਹੈ। ਸੋ ਇਸ ਤਰ੍ਹਾਂ ਗੁਰਸਿੱਖ ਸੁਹਾਗਣ ਜਿੱਥੇ ਆਪ ਮੁਕਤ ਹੁੰਦੀ ਹੈ, ਹੋਰਾਂ ਨੂੰ ਵੀ ਮੁਕਤੀ ਦਾ ਰਾਹ ਵਿਖਾਉਂਦੀ ਹੈ। ਗੁਰਮੁਖ ਸੁਖ ਫਲ ਨਿਹਚਉ ਨਾਰੀ। ਜਿਹੜੀ ਗੁਰਮੁਖ ਸੁਹਾਗਣ ਇਸਤਰੀ ਹੈ, ਉਹ ਪਤੀਬ੍ਰਤਾ ਧਰਮ ਦੇ ਵਿੱਚ ਪਰਪੱਕ ਰਹਿਣ ਵਾਲੀ ਇਸਤਰੀ ਹੈ। ਜਿਵੇਂ ਪਤੀਬ੍ਰਤਾ ਧਰਮ ਦੇ ਵਿੱਚ ਪਰਪੱਕ ਰਹਿਣ ਵਾਲੀ ਇਸਤਰੀ, ਉਹਦਾ ਲੋਕ ਪਰਲੋਕ ਵਿੱਚ ਸਨਮਾਨ ਹੈ। ਇਸੇ ਤਰ੍ਹਾਂ ਗੁਰਮੁਖ ਜਿਹੜੀ ਸੁਹਾਗਣ ਜੀਵ ਇਸਤਰੀ ਹੈ, ਉਹ ਸੁਖ ਰੂਪੀ ਫਲ ਨੂੰ ਪ੍ਰਾਪਤ ਕਰਦੀ ਹੈ। ਨਿਹਚਉ ਨਾਰੀ, ਉਹ ਪਤੀਬ੍ਰਤਾ ਵਾਲੀ ਹੈ, ਸੁਖ ਫਲ ਉਸ ਨੂੰ ਪ੍ਰਾਪਤ ਹੁੰਦਾ ਹੈ ਅਤੇ ਅੰਤःਕਰਣ ਦੀ ਸੇਜਾ ਦੇ ਉੱਤੇ ਪ੍ਰਭੂ ਦੇ ਨਾਲ ਉਹ ਸਦਾ ਹੀ ਆਨੰਦ ਅਤੇ ਖੇੜਾ ਮਾਣਦੀ ਹੈ ਜਾਂ ਭੋਗਦੀ ਹੈ। ਦੂਜੇ ਪਾਸੇ ਜਿਹੜੇ ਮਨਮੁਖ ਹੁੰਦੇ ਹੈ ਨਾ, ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਉਹ ਸੁਹਾਗਣ ਨਹੀਂ। ਉਹ ਕਿਵੇਂ ਦੇ ਨੇ? ਉਹ ਵੇਸ਼ਵਾ ਵਾਂਗ ਹਨ। ਗੁਰਮੁਖ ਨੂੰ ਕਿਹਾ ਵੀ ਉਹ ਸੁਹਾਗਣ ਦੇ ਵਾਂਗ ਹਨ, ਅਤੇ ਜਿਹੜੇ ਮਨਮੁਖ ਨੇ ਉਹ ਨੇ ਵੇਸ਼ਵਾ ਵਾਂਗ। ਅਗਲੀ 17ਵੀਂ ਪੌੜੀ ਵਿੱਚ ਭਾਈ ਸਾਹਿਬ ਜੀ ਵੇਸ਼ਵਾ ਦੇ ਰੂਪਕ ਦੇ ਵਿੱਚ ਮਨਮੁਖ ਦਾ ਜ਼ਿਕਰ ਕਰਦੇ ਹੈ। ਜਿਉ ਬਹੁ ਮਿੱਤੀ ਵੇਸਵਾ, ਸਭ ਕੁਲੱਖਣ ਪਾਪ ਕਮਾਵੈ। ਵੇਸਵਾ, ਇੱਥੇ ਵੇਸਿਆ ਪਾਠ ਵੀ ਆਉਂਦਾ ਹੈ, ਇਹ ਦੋਵੇਂ ਹੀ ਪਾਠ ਨੇ।
ਭਾਈ ਗੁਰਦਾਸ ਸਾਹਿਬ ਜੀ ਕਹਿੰਦੇ, ਜਿਵੇਂ ਬਹੁਤ ਮਿੱਤਰਾਂ ਵਾਲੀ ਬਹੁ ਮਿੱਤੀ ਵੇਸਵਾ, ਵੇਸਵਾ ਜਿਹੜੀ ਹੁੰਦੀ ਹੈ ਨਾ, ਉਹਦੇ ਮਿੱਤਰ ਬਹੁਤ ਹੁੰਦੇ ਹੈ। ਸਭ ਕੁਲੱਖਣ, ਉਹਦੇ ਵਿੱਚ ਸਾਰੇ ਖੋਟੇ ਲੱਛਣ ਹੀ ਹੁੰਦੇ ਹੈ, ਭੈੜੇ ਲੱਛਣ ਹੀ ਹੁੰਦੇ ਹੈ। ਪਾਪ ਕਮਾਵੇ ਤੇ ਉਹ ਸਦਾ ਹੀ ਪਾਪ ਕਮਾਉਂਦੀ ਹੈ। ਲੋਕਹੁ ਦੇਸਹੁ ਬਾਹਰੀ, ਤਿਹੁ ਪਖਾਨੋ ਔਲੰਗ ਲਾਵੇ। ਲੋਕਾਂ ਅਤੇ ਦੇਸ਼ਾਂ ਤੋਂ ਬਾਹਰੀ ਹੁੰਦੀ ਹੈ। ਜੋ ਲੋਕ ਰੀਤ ਹੁੰਦੀ ਹੈ ਨਾ, ਇੱਕ ਸਮਾਜ ਦੀ ਰੀਤ, ਇੱਕ ਸਮਾਜ ਦੀ ਮਰਿਆਦਾ ਹੁੰਦੀ ਹੈ, ਉਹ ਉਹਦੇ ਵਿੱਚ ਵੀ ਨਹੀਂ ਚੱਲਦੀ, ਸਮਾਜ ਦੀ ਮਰਿਆਦਾ ਦੇ ਵਿੱਚ। ਲੋਕਹੁ ਦੇਸਹੁ ਬਾਹਰੀ, ਤੇ ਦੇਸ਼ ਦੀ ਜੋ ਰੀਤੀ ਹੁੰਦੀ ਹੈ, ਮਰਿਆਦਾ ਹੁੰਦੀ ਹੈ, ਉਹਦੇ ਤੋਂ ਵੀ ਬਾਹਰੀ ਚੱਲਦੀ ਹੈ। ਤਿਹੁ ਪੱਖਾਂ ਨੂੰ ਔਲੰਗ ਲਾਵੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜੋ ਭਾਈ ਗੁਰਦਾਸ ਦੀਆਂ ਵਾਰਾਂ ਪ੍ਰਕਾਸ਼ਿਤ ਹਨ, ਸੋ ਉਹਨਾਂ ਦੇ ਵਿੱਚ ਇਹ ਪਾਠ ਹੈ, ਤਿਹੁ ਪੱਖਾਂ ਨੂੰ ਔਲੰਗ ਲਾਵੇ। ਤੇ ਗਿਆਨੀ ਹਜ਼ਾਰਾ ਸਿੰਘ ਜੀ ਵਾਲਾ ਜਿਹੜਾ ਟੀਕਾ ਹੈ, ਉਹਦੇ ਵਿੱਚ ਇਸ ਤਰ੍ਹਾਂ ਹੈ, ਤਿਹੁ ਪੱਖਾਂ ਕਾਲੰਕ ਲਗਾਵੇ। ਅਰਥ ਦੋਵਾਂ ਦਾ ਇੱਕ ਹੀ ਹੈ। ਤਿਹੁ ਪੱਖਾਂ ਨੂੰ ਔਲੰਗ ਲਾਵੇ, ਜਿਹੜੇ ਤਿੰਨ ਪੱਖ ਨੇ ਉਹਨਾਂ ਨੂੰ ਕਲੰਕਤ ਕਰਦੀ ਹੈ, ਕਲੰਕ ਲਾਉਂਦੀ ਹੈ। ਨਾਨਕੇ, ਦਾਦਕੇ ਤੇ ਸਹੁਰੇ, ਇਹ ਜਿਹੜੇ ਤਿੰਨ ਪੱਖ ਨੇ, ਉਹ ਨਾਨਕਿਆਂ ਨੂੰ ਵੀ, ਦਾਦਕਿਆਂ ਨੂੰ ਵੀ ਤੇ ਸਹੁਰਿਆਂ ਨੂੰ ਵੀ ਕਲੰਕਤ ਕਰਦੀ ਹੈ, ਜਿਹੜੀ ਵੇਸ਼ਵਾ ਹੈ। ਡੁੱਬੀ ਡੋਬੈ ਹੋਰ ਨਾ, ਮਹੁਰਾ ਮਿੱਠਾ ਹੋਏ ਪਚਾਵੇ। ਆਪ ਤਾਂ ਉਹ ਡੁੱਬੀ ਹੈ ਵਿਸ਼ੇ ਵਿਕਾਰਾਂ ਦੇ ਵਿੱਚ, ਤੇ ਜਿਹੜੇ ਉਹਦਾ ਸੰਗ ਕਰਦੇ ਹੈ ਪੁਰਸ਼, ਭਾਈ ਗੁਰਦਾਸ ਜੀ ਕਹਿੰਦੇ ਉਹਨਾਂ ਨੂੰ ਵੀ ਡੋਬਦੀ ਹੈ। ਡੁੱਬੀ ਡੋਬੈ ਹੋਰਨਾ, ਜਿੱਥੇ ਆਪ ਡੁੱਬੀ ਹੋਰਨਾਂ ਨੂੰ ਵੀ ਡੋਬਦੀ ਹੈ। ਮਹੁਰਾ ਮਿੱਠਾ ਹੋਏ ਪਚਾਵੇ। ਮਹੁਰਾ ਕਹਿੰਦੇ ਜ਼ਹਿਰ ਨੂੰ, ਜ਼ਹਿਰ ਨੂੰ ਉਹ ਮਿੱਠਾ ਜਾਣ ਕੇ ਪਚਾਉਂਦੀ ਹੈ। ਭਾਵ ਜਿਹੜੇ ਵਿਸ਼ੇ ਨੇ ਨਾ ਵਿਕਾਰ, ਉਹਨਾਂ ਨੂੰ ਮਿੱਠਾ ਜਾਣ ਕੇ ਪਚਾਉਂਦੀ ਹੈ। ਇਹਨਾਂ ਵਿਸ਼ਿਆਂ ਨੂੰ ਮਿੱਠਾ ਜਾਣ ਕੇ ਉਹ ਵੇਸ਼ਵਾ ਭੋਗਦੀ ਹੈ। ਇਸੇ ਤਰ੍ਹਾਂ ਜਿਹੜੇ ਮਨਮੁਖ ਲੋਕ ਨੇ ਨਾ, ਜਿਵੇਂ ਵੇਸ਼ਵਾ ਦੇ ਬਹੁਤੇ ਯਾਰ ਨੇ, ਭਾਈ ਸਾਹਿਬ ਜੀ ਕਹਿੰਦੇ ਮਨਮੁਖ ਵੀ ਉਹ ਬਹੁਤ ਸਾਰੀਆਂ ਅਲਪ ਸ਼ਕਤੀਆਂ ਦੇ ਉਪਾਸ਼ਕ ਬਣ ਜਾਂਦੇ ਹੈ। ਕਦੀ ਕਿਸੇ ਨੂੰ, ਕਦੀ ਕਿਸੇ ਨੂੰ, ਕਦੀ ਕਿਸੇ ਨੂੰ। ਇੱਥੋਂ ਤੱਕ ਉਹ ਮੜੀਆਂ ਮਸਾਣੀਆਂ ਨੂੰ ਵੀ ਰੱਬ ਜਾਣ ਕੇ ਪੂਜਦੇ ਹੈ। ਰੱਬ ਦੀ ਪੂਜਾ ਨਹੀਂ ਕਰਦੇ। ਇੱਕ ਜੋ ਕੰਤ ਹੈ ਪਰਮਾਤਮਾ ਪਤੀ, ਕੋਈ ਰੁੱਖਾਂ ਨੂੰ ਪੂਜਦਾ ਫਿਰਦਾ ਹੈ, ਉੱਥੇ ਰੁੱਖਾਂ ਨੂੰ ਲਾਲ ਲੀਰਾਂ ਬੰਨ੍ਹਦਾ ਫਿਰਦਾ ਹੈ। ਕੋਈ ਰੁੱਖਾਂ ਦੀਆਂ ਜੜ੍ਹਾਂ 'ਚ ਤੇਲ ਪਾਈ ਜਾਂਦਾ ਹੈ। ਕੋਈ ਗੁੱਗਿਆਂ ਦੀ ਪੂਜਾ ਵਿੱਚ ਲੱਗਾ ਹੋਇਆ, ਉਹਨਾਂ ਦੀਆਂ ਖੁੱਡਾਂ ਵਿੱਚ ਜਾ ਲੱਸੀ ਪਾਉਂਦਾ ਹੈ। ਭਾਈ ਗੁਰਦਾਸ ਜੀ ਕਹਿੰਦੇ ਮਨਮੁਖ ਜਿਹੜੇ ਨੇ ਨਾ, ਉਹ ਤਾਂ ਬਹੁਤੇ ਯਾਰਾਂ ਵਾਲੇ ਨੇ, ਪਤਾ ਨਹੀਂ ਕਿਹਨੂੰ ਕਿਹਨੂੰ ਮੰਨਦੇ ਹੈ। ਉਹ ਜਿਵੇਂ ਵੇਸ਼ਵਾ ਹੁੰਦੀ ਇਸ ਤਰ੍ਹਾਂ ਦੇ ਨੇ। ਅਤੇ ਲੋਕ ਅਤੇ ਦੇਸ਼ ਦੀ ਜੋ ਮਰਿਆਦਾ ਹੈ, ਉਹ ਮਨਮੁਖ ਉਹਦੇ ਤੋਂ ਬਾਹਰੇ ਰਹਿੰਦੇ ਹੈ, ਅਤੇ ਉਹ ਕਲੰਕ ਲਾਉਂਦੇ ਹੈ, ਆਪਣੇ ਜੀਵਨ ਨੂੰ ਕਲੰਕ ਲਾ ਲੈਂਦੇ ਹੈ। ਤਨ ਨੂੰ ਵੀ, ਮਨ ਨੂੰ ਵੀ ਅਤੇ ਧਨ ਨੂੰ ਵੀ, ਤਿੰਨਾਂ ਨੂੰ ਹੀ। ਜਿੱਥੇ ਉਹ ਆਪ ਡੁੱਬਦੇ ਹੈ ਮਨਮੁਖ, ਹੋਰਾਂ ਨੂੰ ਵੀ ਡੋਬਦੇ ਹੈ। ਮਹੁਰਾ ਮਿੱਠਾ ਹੋਏ ਪਚਾਵੇ, ਜਿਵੇਂ ਜ਼ਹਿਰ ਨੂੰ ਕੋਈ ਮਿੱਠਾ ਜਾਣ ਕੇ ਉਹਨੂੰ ਪਚਾਵੇ ਤੇ ਫਿਰ ਉਹ ਨਾਸ਼ ਹੋ ਜਾਂਦਾ ਹੈ। ਸੰਖੀਆ ਜਿਹੜਾ ਹੈ, ਉਹ ਜਦੋਂ ਸਰੀਰ ਦੇ ਅੰਦਰ ਜਾਂਦਾ ਹੈ, ਫਿਰ ਬੰਦੇ ਦੀ ਮੌਤ ਹੈ। ਇਸੇ ਤਰ੍ਹਾਂ ਜਿਹੜੇ ਵਿਸ਼ੇ ਨੇ ਨਾ, ਵਿਕਾਰ ਨੇ, ਜਿਨ੍ਹਾਂ ਨੂੰ ਮਿੱਠਾ ਜਾਣ ਕੇ ਵੇਸ਼ਵਾ ਪਚਾਉਂਦੀ ਹੈ ਜਾਂ ਭੋਗਦੀ ਹੈ, ਮਨਮੁਖ ਲੋਕ ਜਿਹੜੇ ਨੇ ਨਾ, ਉਹ ਵਿਸ਼ੇ ਵਿਕਾਰਾਂ ਨੂੰ ਮਿੱਠਾ ਜਾਣ ਕੇ ਭੋਗਦੇ ਹੈ, ਫਿਰ ਨਾਸ਼ ਹੋ ਜਾਂਦੇ, ਉਹਨਾਂ ਦਾ ਆਤਮਿਕ ਜੀਵਨ ਖਤਮ ਹੋ ਜਾਂਦਾ ਹੈ।
ਕੰਡਾ ਹੇੜਾ ਮਿਰਗ ਜਿਉਂ, ਦੀਪਕ ਹੋਏ ਪਤੰਗ ਜਲਾਵੇ। ਕੰਡਾ ਹੇੜਾ ਮਿਰਗ ਜਿਉਂ, ਕੰਡੇ ਹੇੜੇ ਦੇ ਸ਼ਬਦ ਵਾਂਗ, ਜਿਵੇਂ ਕੰਡੇ ਹੇੜੇ ਦੇ ਸ਼ਬਦ ਦੇ ਉੱਤੇ ਮਿਰਗ ਆਪਣਾ ਕੰਨ ਲਾ ਦਿੰਦਾ ਹੈ ਅਤੇ ਸ਼ਿਕਾਰੀ ਫੜ ਲੈਂਦਾ ਹੈ, ਫਿਰ ਉਹ ਹਿਰਨ ਫੜਿਆ ਜਾਂਦਾ ਹੈ। ਜਿਹੜੇ ਸ਼ਿਕਾਰੀ ਹਿਰਨਾਂ ਨੂੰ ਫੜਦੇ ਨੇ ਨਾ, ਉਹ ਜੰਗਲ ਦੇ ਵਿੱਚ ਇੱਕ ਖਾਸ ਸ਼ਬਦ ਆਵਾਜ਼ ਪ੍ਰਗਟ ਕਰਦੇ ਹੈ। ਕੰਡੇ ਹੇੜੇ ਦੀ ਆਵਾਜ਼ ਉਸ ਨੂੰ ਕਿਹਾ ਜਾਂਦਾ ਹੈ। ਹਿਰਨ ਬੜਾ ਮਸਤ ਹੁੰਦਾ ਉਹਦੇ 'ਤੇ ਸੁਣਨ 'ਤੇ, ਉੱਥੇ ਨਾ ਕੰਨ ਲਾ ਦਿੱਤਾ, ਮਸਤੀ ਹੋ ਜਾਂਦਾ, ਕੰਨ ਲਾ ਕੇ ਸੁਣਦਾ ਉਸ ਆਵਾਜ਼ ਨੂੰ, ਸ਼ਿਕਾਰੀ ਫੜ ਲੈਂਦਾ ਹੈ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਜਿਹੜੀ ਵੇਸ਼ਵਾ ਹੈ ਨਾ, ਉਹਦੇ ਸ਼ਬਦ ਵੀ ਕੰਡੇ ਹੇੜੇ ਦੇ ਵਾਂਗ ਹਨ, ਜੋ ਪੁਰਸ਼ਾਂ ਨੂੰ ਫਸਾ ਲੈਂਦੇ ਹੈ ਅਤੇ ਫਿਰ ਉਹ ਪੁਰਸ਼ ਆਪਣਾ ਜੀਵਨ ਜਿਹੜਾ ਨਾ ਤਬਾਹ ਕਰ ਲੈਂਦੇ ਹੈ। ਦੂਜਾ ਦੱਸਦੇ ਆ, ਜਿਉਂ ਕੰਡਾ ਹੇੜਾ ਮਿਰਗ ਜਿਉਂ, ਦੀਪਕ ਹੋਏ ਪਤੰਗ ਜਲਾਵੇ। ਦੂਜਾ ਜਿਵੇਂ ਦੀਵਾ ਹੁੰਦਾ ਹੈ, ਪਤੰਗਾ ਭੰਬਟ ਆਉਂਦਾ ਹੈ ਅਤੇ ਉਹ ਦੀਵੇ ਦੇ ਉੱਤੇ ਆਪਣਾ ਆਪ ਸਾੜ ਲੈਂਦਾ ਹੈ। ਇਸੇ ਤਰ੍ਹਾਂ ਜਿਹੜੀ ਵੇਸ਼ਵਾ ਹੈ ਨਾ, ਉਹਦੀ ਚਮਕ ਦਮਕ ਨੂੰ ਵੇਖ ਕੇ ਪਤੰਗੇ ਵਾਂਗ ਪੁਰਸ਼ ਆਉਂਦਾ ਹੈ ਅਤੇ ਫਿਰ ਆਪਣਾ ਆਪ ਖਤਮ ਕਰ ਲੈਂਦਾ, ਉਹ ਬਰਬਾਦ ਹੋ ਜਾਂਦਾ ਹੈ, ਸੜ ਜਾਂਦਾ ਹੈ, ਮਰ ਮੁੱਕ ਜਾਂਦਾ ਹੈ, ਉਹਦਾ ਆਤਮਿਕ ਜੀਵਨ ਬਿਲਕੁਲ ਨਹੀਂ ਰਹਿੰਦਾ। ਸੋ ਭਾਈ ਸਾਹਿਬ ਨੇ ਇਹ ਉਦਾਹਰਣਾਂ ਦਿੱਤੀਆਂ ਨੇ। ਮਨਮੁਖ ਵੇਸ਼ਵਾ ਵਰਗਾ ਹੈ, ਉਹਦੀ ਸੰਗਤ ਕਰਨ ਵਾਲੇ, ਉਹਨਾਂ ਦਾ ਵੀ ਆਤਮਿਕ ਜੀਵਨ ਮੁੱਕ ਜਾਂਦਾ ਹੈ, ਖਤਮ ਹੋ ਜਾਂਦਾ ਹੈ। ਜਿਵੇਂ ਪਤੰਗਾ ਜਿਹੜਾ ਨਾ ਉਹ ਦੀਵੇ 'ਤੇ ਸੜ ਜਾਂਦਾ ਹੈ, ਇਸੇ ਤਰ੍ਹਾਂ ਮਨਮੁਖਾਂ ਦੀ ਸੰਗਤ ਕਰਨ ਵਾਲੇ, ਉਹਨਾਂ ਦਾ ਵੀ ਆਤਮਿਕ ਜੀਵਨ ਸੜ ਕੇ ਰਾਖ ਬਣ ਜਾਂਦਾ ਹੈ। ਦੁਹੀ ਸਰਾਈ ਜਰਦਰੂ, ਪੱਥਰ ਬੇੜੀ ਪੂਰ ਡੁਬਾਵੇ। ਅਤੇ ਉਸ ਵੇਸ਼ਵਾ ਨੂੰ ਫਲ ਕੀ ਮਿਲਦਾ ਹੈ? ਦੁਹੀ ਸਰਾਈ ਜ਼ਰਦਰੂ, ਉਹ ਦੋਹਾਂ ਹੀ ਥਾਵਾਂ 'ਤੇ ਲੋਕ ਪਰਲੋਕ ਦੇ ਵਿੱਚ ਨਾ, ਜ਼ਰਦਰੂ ਦਾ ਆਖਰੀ ਅਰਥ ਹੁੰਦਾ ਪੀਲਾ, ਜ਼ਰਦ ਪੀਲੇ ਰੰਗ ਨੂੰ ਕਹਿੰਦੇ, ਪੀਲੇ ਇੱਥੇ ਭਾਵ ਅਰਥ ਹੈ ਕਾਲਾ। ਐਸ ਲੋਕ ਵਿੱਚ ਵੀ ਉਹਦਾ ਮੂੰਹ ਕਾਲਾ ਹੁੰਦਾ ਹੈ ਅਤੇ ਪਰਲੋਕ ਦੇ ਵਿੱਚ ਵੀ ਉਸ ਵੇਸ਼ਵਾ ਦਾ ਮੁੱਖ ਕਾਲਾ ਹੁੰਦਾ ਹੈ। ਇਸੇ ਤਰ੍ਹਾਂ ਜਿਹੜੇ ਮਨਮੁਖ ਨੇ ਨਾ ਵੇਸ਼ਵਾਵਾਂ ਦੀ ਨਿਆਈ, ਇੱਥੇ ਵੀ ਮੂੰਹ ਕਾਲਾ ਅਤੇ ਅੱਗੇ ਪਰਲੋਕ ਵਿੱਚ ਵੀ, ਕਿਉਂਕਿ ਉਹਨਾਂ ਦੀਆਂ ਕਰਤੂਤਾਂ ਕਾਲੀਆਂ ਨੇ, ਕੋਈ ਚੰਗਾ ਕੰਮ ਹੀ ਨਹੀਂ ਕੀਤਾ। ਵਿਸ਼ੇ ਵਿਕਾਰਾਂ ਵਿੱਚ ਪੈ ਕੇ ਆਪਣੀ ਜ਼ਿੰਦਗੀ, ਆਪਣਾ ਜੀਵਨ ਬਰਬਾਦ ਕਰ ਦਿੱਤਾ। ਨਾ ਇੱਥੇ ਸਤਿਕਾਰੇ ਜਾਂਦੇ ਹੈ, ਨਾ ਪਰਲੋਕ ਵਿੱਚ ਸਤਿਕਾਰੇ ਜਾਂਦੇ ਹੈ। ਪੱਥਰ ਬੇੜੀ ਪੂਰ ਡੁਬਾਵੇ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਪੱਥਰ ਦੀ ਬੇੜੀ ਬਣ ਕੇ ਨਾ, ਜਿਹੜੀ ਉਹ ਵੇਸ਼ਵਾ ਹੈ, ਸਾਰੇ ਪੂਰ ਨੂੰ ਹੀ ਡੋਬ ਦਿੰਦੀ ਹੈ। ਉਹਦਾ ਇੱਕ ਕੰਤ ਨਹੀਂ ਨਾ, ਉਹਦਾ ਇੱਕ ਪਤੀ ਨਹੀਂ ਨਾ। ਉਹ ਵੇਸ਼ਵਾ ਪੱਥਰ ਦੀ ਬੇੜੀ ਹੈ, ਅਤੇ ਪੱਥਰ ਦੀ ਬੇੜੀ ਕਦੇ ਪਾਣੀ 'ਤੇ ਨਹੀਂ ਤਰਦੀ ਹੁੰਦੀ, ਸਾਰੇ ਪੂਰ ਨੂੰ ਡੋਬ ਦਿੰਦੀ ਹੈ। ਸੋ ਜਿਹੜੇ ਜਿਹੜੇ ਉਹਦਾ ਸੰਗ ਕਰਦੇ ਹੈ, ਉਹ ਸਾਰੇ ਡੁੱਬ ਜਾਂਦੇ ਹੈ, ਰੋਗੀ ਬਣਦੇ ਹੈ, ਔਰ ਉਹ ਆਪਣੇ ਜੀਵਨ ਨੂੰ ਬਰਬਾਦ ਕਰ ਲੈਂਦੇ ਹੈ। ਇਸੇ ਤਰ੍ਹਾਂ ਮਨਮੁਖਾਂ ਦੀ ਜਿਹੜੇ ਸੰਗਤ ਕਰਦੇ ਹੈ, ਉਹ ਵੀ ਪੂਰਾਂ ਦੇ ਪੂਰ ਡੁੱਬ ਜਾਂਦੇ ਹੈ। ਤਾਂ ਹੀ ਤਾਂ ਬਾਣੀ ਦੇ ਅੰਦਰ ਭਗਤ ਕਬੀਰ ਜੀ ਨੇ ਕਿਹਾ, ਕਬੀਰ ਸਾਖਤ ਸੰਗ ਨਾ ਕੀਜੀਐ, ਦੂਰ ਰਹਿ ਜਾਈਐ ਭਾਗ, ਬਾਸਨ ਕਾਰੋ ਪਰਸੀਐ, ਤਉ ਕਛ ਲਾਗੈ ਦਾਗ। ਕਹਿੰਦੇ ਜਿਹੜਾ ਭਾਂਡਾ ਕਾਲਾ ਹੋਇਆ ਨਾ, ਚੁੱਲ੍ਹੇ 'ਤੇ ਚਾੜ੍ਹਿਆ ਭਾਂਡਾ ਅਤੇ ਕਾਲਾ ਹੋ ਗਿਆ ਧੂੰਏਂ ਨਾਲ, ਉਹਨੂੰ ਹੱਥ ਲਾਵੇਂਗਾ ਅਤੇ ਤੇਰੇ ਹੱਥ ਕਾਲੇ ਹੋਣੇ ਹੀ ਹੋਣੇ ਨੇ। ਇਸੇ ਤਰ੍ਹਾਂ ਸਾਖਤ ਦੀ ਮਨਮੁਖ ਦੀ ਸੰਗਤ ਹੈ, ਜੇ ਉਹਦੀ ਸੰਗਤ ਕਰਦਾ ਰਵੇਂਗਾ ਅਤੇ ਫਿਰ ਦਾਗ ਤਾਂ ਤੇਰੇ ਜੀਵਨ 'ਤੇ ਵੀ ਲੱਗੇਗਾ। ਇਸ ਲਈ ਗੁਰਮੁਖਾਂ ਦੀ ਸੰਗਤ ਕਰ। ਭਾਈ ਗੁਰਦਾਸ ਜੀ ਕਹਿੰਦੇ ਗੁਰਮੁਖ ਜਿਹੜੇ ਨੇ ਉਹ ਤਾਰ ਦਿੰਦੇ ਨੇ, ਮਨਮੁਖ ਡੋਬ ਦਿੰਦੇ ਹੈ। ਮਨਮੁਖ ਮਨ 8 ਖੰਡ ਹੋਏ, ਦੁਸ਼ਟਾਂ ਸੰਗਤ ਭਰਮ ਭੁਲਾਵੇ। ਜਿਹੜੇ ਮਨਮੁਖ ਨੇ, ਮਨਮੁਖਾਂ ਦਾ ਮਨ ਜਿਹੜਾ ਨਾ 8 ਟੁਕੜੇ ਹੋ ਕੇ ਉਹ ਦੁਸ਼ਟ ਪੁਰਸ਼ਾਂ ਦੀ ਸੰਗਤ ਦੇ ਵਿੱਚ, ਭਰਮ ਦੇ ਵਿੱਚ ਹੀ ਭੁੱਲਿਆ ਰਹਿੰਦਾ ਹੈ।
ਜਿਵੇਂ 4 ਪਹਿਰ ਦਿਨ ਦੇ ਅਤੇ 4 ਪਹਿਰ ਰਾਤ ਦੇ, ਦਿਨ ਰਾਤ ਮੁਕੰਮਲ ਹੋ ਜਾਂਦਾ 8 ਪਹਿਰਾਂ ਦਾ। ਮੁਕੰਮਲ ਰੂਪ ਦੇ ਵਿੱਚ ਮਨਮੁੱਖਾਂ ਦਾ ਮਨ ਟੁਕੜੇ ਟੁਕੜੇ ਹੋਇਆ ਰਹਿੰਦਾ ਹੈ, ਭਟਕਣਾ ਦੇ ਵਿੱਚ ਪਿਆ ਰਹਿੰਦਾ ਹੈ, ਕਦੇ ਵੀ ਟਿਕਦਾ ਨਹੀਂ ਉਹਨਾਂ ਮਨਮੁੱਖਾਂ ਦਾ ਜਿਹੜਾ ਮਨ ਹੈ। ਔਰ ਦੁਸ਼ਟਾਂ ਦੀ ਸੰਗਤ ਦੇ ਵਿੱਚ ਫਿਰ ਭਰਮ ਭੁਲੇਖਿਆਂ ਵਿੱਚ ਪਿਆ ਰਹਿੰਦਾ ਹੈ। ਵੇਸਵਾ ਪੁੱਤ ਨਿਨਾਉ ਸਦਾਵੈ। ਜੇ ਵੇਸ਼ਵਾ ਦੇ ਪੁੱਤਰ ਜੰਮਦਾ ਹੈ ਤੇ ਉਹ ਨਿਨਾਵਾਂ ਹੁੰਦਾ ਹੈ। ਭਾਵ ਵੇਸ਼ਵਾ ਦੇ ਪੁੱਤਰ ਦੇ ਪਿਓ ਦਾ ਨਾਂ ਨਹੀਂ ਪਤਾ ਹੁੰਦਾ ਕਿਸੇ ਨੂੰ। ਵੇਸਵਾ ਦਾ ਸੰਗ ਬਹੁਤੇ ਪੁਰਸ਼ਾਂ ਦੇ ਨਾਲ ਹੈ ਤੇ ਉਹ ਨਿਨਾਵਾਂ ਹੀ ਸਦਾਉਂਦਾ ਹੈ, ਉਹਦੇ ਪਿਓ ਦਾ ਨਹੀਂ ਪਤਾ ਹੁੰਦਾ ਇਹਦਾ ਪਿਓ ਕੌਣ ਹੈ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਮਨਮੁਖ ਪੁਰਸ਼ ਜਿਹੜੇ ਨੇ ਉਹ ਵੇਸ਼ਵਾਵਾਂ ਦੀ ਨਿਆਈ ਹਨ। ਮਨਮੁਖ ਲੋਕ ਜੋ ਇੱਕ ਆਪਣੇ ਪਤੀ ਅਕਾਲ ਪੁਰਖ ਪਰਮਾਤਮਾ ਨੂੰ ਛੱਡ ਕੇ ਵਿਕਾਰਾਂ ਵਿੱਚ ਫਸਦੇ ਰਹਿੰਦੇ ਹੈ ਔਰ ਬਹੁਤ ਸਾਰੀਆਂ ਅਲਪ ਸ਼ਕਤੀਆਂ ਦੀ ਪੂਜਾ ਕਰਦੇ ਰਹਿੰਦੇ ਹੈ, ਉਹ ਵੇਸ਼ਵਾਵਾਂ ਦੇ ਤੁੱਲ ਹਨ। ਜਦੋਂ ਅਸੀਂ ਬਾਣੀ ਦਾ ਬਚਨ ਪੜ੍ਹਦੇ ਹਾਂ, ਭੈਰੋ ਭੂਤ ਸੀਤਲਾ ਧਾਵੈ, ਖਰ ਬਾਹਨ ਉਹ ਸ਼ਾਰ ਉਡਾਵੈ। ਕੋਈ ਭੈਰੋ ਨੂੰ ਮੰਨਦਾ ਹੈ, ਕੋਈ ਸੀਤਲਾ ਨੂੰ ਮੰਨਦਾ ਹੈ, ਕੋਈ ਕਿਸੇ ਨੂੰ, ਕੋਈ ਕਿਸੇ ਨੂੰ। ਰੱਬ ਨੂੰ ਮੰਨਣ ਵਾਲੇ ਤਾਂ ਗੁਰਮੁਖ ਨੇ, ਜਿਹੜੇ ਇੱਕ 'ਤੇ ਟੇਕ ਰੱਖਦੇ ਨੇ। ਇੱਕ 'ਤੇ ਟੇਕ ਰੱਖਦੇ, ਇੱਕ ਦਾ ਆਸਰਾ ਤੱਕਦੇ ਹੈ ਪਰਮਾਤਮਾ ਦਾ, ਉਹ ਨੇ ਸੁਹਾਗਣ ਗੁਰਮੁਖ ਗੁਰਸਿੱਖ। ਅਤੇ ਜਿਹੜੇ ਇੱਕ ਨੂੰ ਛੱਡ ਕੇ ਬਹੁਤ ਪਾਸੀਂ ਭਟਕਦੇ ਰਹਿੰਦੇ ਹੈ, ਭਾਈ ਗੁਰਦਾਸ ਜੀ ਕਹਿੰਦੇ ਉਹ ਮਨਮੁਖ ਨੇ ਅਤੇ ਉਹਨਾਂ ਦਾ ਹਾਲ ਵੇਸ਼ਵਾ ਵਰਗਾ ਹੈ। ਸਤਿਗੁਰੂ ਮਿਹਰ ਕਰਨ। ਪਾਵਨ ਭਾਈ ਗੁਰਦਾਸ ਦੀ ਬਾਣੀ ਦੀ ਵਿਚਾਰ ਕਰਦਿਆਂ ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣੀ, ਅਗਾਹਾਂ ਵਾਸਤੇ ਸੁਮੱਤ ਬਖਸ਼ਣੀ ਜੀ। ਮਨਮੁਖ ਮਨ 8 ਖੰਡ ਹੋਏ, ਦੁਸ਼ਟਾਂ ਸੰਗਤ ਭਰਮ ਭੁਲਾਵੈ। ਵੇਸਵਾ ਪੁੱਤ ਨਿਨਾਉ ਸਦਾਵੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੇ ਤੁਮਰੀ ਆਪ ਮਿਤ ਤੁਮਹੀ ਜਾਣੀ।